ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਦਿਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ। ਫਿਰ ਆਈ ਕਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨ ਪਾਇਆ ਜਾਏ। ਅਗੰਮ ਅਗੋਚਰ ਅਤਿ ਵੱਡਾ ਅਤੁਲ ਨ ਤੁਲਿਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨ ਪਾਇਆ ਜਾਏ। ਅਗੰਮ ਅਗੋਚਰ ਅਤਿ ਵੱਡਾ ਅਤੁਲ ਨ ਤੁਲਿਆ ਜਾਏ। ਕੀਮਤ ਕਿਨੈ ਨਾ ਪਾਈਆ ਕਿਤੈ ਨ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ ਇਨ ਬਿਧ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ। ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ। ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨਕੇ ਭਾਗ ਵੱਡੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪੰਜਾਂ ਬਾਣੀਆਂ ਦੇ ਨਿਤਨੇਮ ਔਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਅੱਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ ਚੂਨਾ ਮੰਡੀ ਅਤੇ ਇਸੇ ਤਰ੍ਹਾਂ ਹੀ ਵਿਸ਼ਵ ਭਰ ਵਿੱਚ ਜਿੱਥੇ ਮਹਾਰਾਜ ਦੇ ਪਿਆਰੇ ਗੁਰਸਿੱਖ ਗੁਰਬਾਣੀ ਦੇ ਰਸੀਏ ਗੁਰੂ ਕਾ ਖਾਲਸਾ ਪੰਥ ਬਿਰਾਜਮਾਨ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਵੱਡੀ ਵਡਿਆਈ ਮਹਿਮਾ ਕਥਨ ਕਹਿਣ ਤੋਂ ਬਾਹਰੀ ਕੋਈ ਵਰਣਨ ਕਰ ਹੀ ਨਹੀਂ ਸਕਦਾ। ਇਤਨੀ ਕਰੜੀ ਸੇਵਾ ਆਪਣੇ ਗੁਰਦੇਵ ਦੀ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਆਪਣੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਸੰਨ ਕੀਤਾ ਸੇਵਾ ਕਰਕੇ। ਆਪਾ ਭਾਵ ਤਿਆਗ ਕੇ ਆਪਣੇ ਆਪ ਨੂੰ ਗੁਰੂ ਵਿੱਚ ਲੀਨ ਕਰ ਲਿਆ ਹੈ। ਜਦੋਂ ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ ਹੈ, ਗੁਰੂ ਸਿੱਖ ਸਿੱਖ ਗੁਰੂ ਹੈ ਏਕੋ,
ਉਦੋਂ ਫਿਰ ਗੁਰੂ ਔਰ ਸਿੱਖ ਦੋ ਨਹੀਂ ਰਹਿ ਜਾਂਦੇ। ਆਪੇ ਗੁਰ ਚੇਲਾ ਹੈ ਆਪੇ। ਵਾਹਿਗੁਰੂ ਪਰਮੇਸ਼ਰ ਆਪ ਹੀ ਗੁਰੂ ਬਣਿਆ ਹੋਇਆ ਹੈ ਅਤੇ ਆਪ ਹੀ ਪਰਮੇਸ਼ਰ ਚੇਲਾ ਬਣਿਆ ਹੋਇਆ ਹੈ, ਕਿਉਂਕਿ ਆਤਮਾ ਜੋਤ ਇੱਕੋ ਹੀ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਗੁਰੂ ਅਤੇ ਸਿੱਖ ਦੋ ਨਹੀਂ ਹਨ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਨੀ। ਇਹ ਬਚਨ ਵੀ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਹਨ। ਆਪ ਹੀ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਦਾ ਰੂਪ ਧਾਰਨ ਕੀਤਾ ਅਤੇ ਆਪ ਹੀ ਗੁਰੂ ਰਾਮਦਾਸ ਬਣ ਗਏ। ਇੱਕ ਰੂਪ ਹੋ ਗਏ। ਇੱਕ ਰੂਪ ਤੋਂ ਅਨੇਕਾਂ ਪਸਾਰੇ ਪਸਾਰੇ ਹਨ। ਜਿਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਮਹਾਰਾਜ ਕਹਿੰਦੇ ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨ ਆਈ। ਏਕ ਰੂਪ ਕਿਨਹੂ ਪਹਿਚਾਨਾ, ਭਿੰਨ ਭਿੰਨ ਸਭ ਹੂੰ ਕਰ ਜਾਨਾ। ਭਿੰਨ ਭਿੰਨ ਵੱਖਰਾ ਵੱਖਰਾ ਜਾਣਨਾ ਤਾਂ ਸਾਰੇ ਹੀ ਜਾਣਦੇ ਆ। ਅਨਪੜ੍ਹ ਬੰਦਾ ਵੀ ਦਵੈਤ ਨੂੰ ਸਿੱਧ ਕਰ ਸਕਦਾ ਹੈ, ਪਰ ਅਦਵੈਤ ਨੂੰ ਸਿੱਧ ਕਰਨਾ, ਇੱਕ ਰੂਪ ਜਾਣਨਾ, ਇਹੀ ਔਖਾ ਹੈ, ਇਹੀ ਕਠਿਨ ਹੈ। ਸੰਸਾਰ ਦੇ ਵਿੱਚ ਸਭ ਤੋਂ ਔਖੀ ਪੜ੍ਹਾਈ, ਸਭ ਤੋਂ ਔਖੀ ਖੇਡ ਜਿਹੜੀ ਹੈ, ਉਹ ਦਵੈਤ ਦੇ ਵਿੱਚ ਅਦਵੈਤ ਨੂੰ ਸਮਝਣਾ। ਦਵੈਤੇ ਏਕ ਰੂਪ ਹੋਵੈ ਗਇਓ। ਸਤਿਗੁਰੂ ਜੀ ਨੇ ਬਾਣੀ 'ਚ ਫਰਮਾਇਆ ਵੀ ਦੋ ਨਹੀਂ, ਦੋ ਤਾਂ ਭਰਮ ਹੀ ਸੀ, ਦੋ ਐਤ ਮਿਟ ਗਈ, ਇੱਕ ਰੂਪ ਹੋ ਗਏ। ਧੰਨ ਧੰਨ ਰਾਮਦਾਸ ਗੁਰ, ਜਿਨ੍ਹਾਂ ਦਾ ਪਾਵਨ ਪੁਰਬ ਮਨਾ ਰਹੇ ਹਾਂ, ਉਹਨਾਂ ਦੀ ਵੱਡੀ ਮਹਿਮਾ ਬੈਠਾ ਸੋਢੀ ਪਾਤਸ਼ਾਹ ਭਾਈ ਗੁਰਦਾਸ ਜੀ ਲਿਖਦੇ ਨੇ। ਬੈਠਾ ਸੋਢੀ ਪਾਤਸ਼ਾਹ, ਸੋਢੀ ਕੁਲ ਦੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਹਨ। ਅਬਚਲ ਅਵਿਨਾਸੀ ਰਾਜ ਦੇ ਮਾਲਕ ਬਣ ਗਏ ਹਨ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੀ ਜੋਤ ਜਿਹੜੀ ਕਦੀ ਬੁਝ ਨਹੀਂ ਸਕਦੀ, ਉਹ ਅਖੰਡ ਜੋਤ, ਆਤਮ ਜੋਤ, ਪ੍ਰਤੱਖ ਜੋਤ, ਜਾਗਤ ਜੋਤ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਗਟ ਕਰ ਦਿੱਤੀ। ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਦੇ ਅੰਦਰ ਰਹਿ ਕੇ ਸਤਿਗੁਰੂ ਜੀ ਨੇ ਉੱਥੇ ਉਹ ਜੋਤ ਬਾਲੀ, ਜਿਹੜੀ ਜੋਤ ਦਾ ਪ੍ਰਕਾਸ਼ ਪੂਰੇ ਸੰਸਾਰ ਦੇ ਅੰਦਰ, ਖੰਡਾਂ ਬ੍ਰਹਮੰਡਾਂ ਦੇ ਅੰਦਰ, ਪੂਰੇ ਵਿਸ਼ਵ ਵਿੱਚ ਫੈਲ ਗਿਆ ਹੈ। ਜਿਵੇਂ ਦੀਵਾ ਤਾਂ ਇੱਕ ਥਾਂ 'ਤੇ ਰੱਖਿਆ ਹੁੰਦਾ ਹੈ, ਪਰ ਉਹਦਾ ਪ੍ਰਕਾਸ਼ ਸਾਰੇ ਕਮਰੇ ਵਿੱਚ, ਸਾਰੇ ਘਰ ਵਿੱਚ ਫੈਲਿਆ ਹੁੰਦਾ। ਬਲਬ ਅਸੀਂ ਬਾਲਦੇ ਹਾਂ ਬਿਜਲੀ ਦਾ, ਉਹ ਇੱਕ ਥਾਂ 'ਤੇ ਦੀਵਾਰ ਦੇ ਉੱਤੇ ਲੱਗਾ ਹੁੰਦਾ ਹੈ, ਪਰ ਉਹਦੀ ਰੋਸ਼ਨੀ ਸਾਰੇ ਕਮਰੇ 'ਚ ਫੈਲੀ ਹੁੰਦੀ ਹੈ। ਇੱਦਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰੋਂ ਜੋ ਜੋਤ ਪ੍ਰਗਟ ਹੋਈ, ਜਿਹੜੀ ਜੋਤ ਸਤਿਗੁਰੂ ਰਾਮਦਾਸ ਜੀ ਨੇ ਜਗਾਈ, ਉਹਦਾ ਪ੍ਰਕਾਸ਼, ਉਹਦੀ ਰੋਸ਼ਨੀ ਖੰਡਾਂ ਬ੍ਰਹਮੰਡਾਂ ਵਿੱਚ, ਜਰੇ ਜਰੇ ਵਿੱਚ, ਕਣ ਕਣ ਵਿੱਚ ਫੈਲ ਗਈ ਹੈ। ਔਰ ਇਹ ਜੋਤ ਕਦੀ ਮੱਧਮ ਹੋਣ ਵਾਲੀ ਨਹੀਂ। ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਦਿਚੈ ਪੂਰਬ ਦੇਵਣਾ। ਦਾਤ ਵਸਤੂ ਜਿਹੜੀ ਪਹਿਲਾਂ ਦੇਣੀ ਹੋਵੇ ਉਹੀ ਮਿਲਦੀ ਹੈ। ਅਣ ਦਿੱਤਾ ਕਿਛ ਹੱਥ ਨਾ ਆਵੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੈ। ਆਪਣਾ ਦਿੱਤਾ ਹੀ ਮਿਲਦਾ, ਆਪਣਾ ਬੀਜਿਆ ਹੀ ਖਾਣਾ। ਆਪੇ ਬੀਜ ਆਪੇ ਹੀ ਖਾਓ। ਇਹ ਨਹੀਂ ਹੋ ਸਕਦਾ ਵੀ ਅਸੀਂ ਦਿੱਤਾ ਕੁਛ ਵੀ ਨਾ ਹੋਵੇ, ਲੈ ਬੜਾ ਕੁਛ ਲਈਏ।
ਤਿਚੈ ਪੂਰਬ ਦੇਵਣਾ, ਜਿਹੜਾ ਪਹਿਲਾਂ ਦਿੱਤਾ ਸੀ ਉਹੀ ਮਿਲਿਆ। ਆਖੋ ਸ੍ਰੀ ਵਾਹਿਗੁਰੂ। ਇਹ ਹੁਣ ਗੱਲ ਭਾਈ ਗੁਰਦਾਸ ਜੀ ਨੇ ਤਾਂ ਇਸ਼ਾਰਾ ਮਾਤਰ ਕਹੀ ਹੈ, ਪਰ ਇਹਦੀ ਵਿਆਖਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕੀਤੀ ਹੈ। ਲਵੀ ਸਰਬ ਜੀਤੇ ਕੁਸ਼ੀ ਸਰਬ ਹਾਰੇ। ਜਦੋਂ ਲਵ ਅਤੇ ਕੁਸ਼ ਦੀ ਔਲਾਦ ਲਵ ਲਾਹੌਰ ਵਸਾਇਆ ਅਤੇ ਕੁਸ਼ ਨੇ ਕਸੂਰ ਵਸਾਇਆ, ਆਪਸ ਵਿੱਚ ਦੋਵਾਂ ਦਾ ਪਰਿਵਾਰਾਂ ਦਾ ਜੰਗ ਹੋ ਗਿਆ। ਲਵ ਵਾਲੇ ਜਿੱਤ ਗਏ, ਕੁਸ਼ ਵਾਲੇ ਹਾਰ ਗਏ। ਲਵੀ ਸਰਬ ਜੀਤੇ ਕੁਸ਼ੀ ਸਰਬ ਹਾਰੇ, ਬਚੇ ਜੇ ਪ੍ਰਾਣ ਲੈ ਕੇ ਪਧਾਰੇ। ਆਪਣੀਆਂ ਜਾਨਾਂ ਲੈ ਕੇ ਦੌੜ ਗਏ ਪੰਜਾਬ 'ਚੋਂ। ਕਿੱਥੇ ਗਏ? ਮਹਾਰਾਜ ਕਹਿੰਦੇ ਕੀਓ ਕਾਸ਼ੀ ਬਾਸੰ, ਕਾਸ਼ੀ ਦੇ ਵਿੱਚ ਜਾ ਕੇ ਉੱਥੇ ਵਾਸਾ ਕੀਤਾ, ਉੱਥੇ ਰਹੇ। ਰਾਜ ਭਾਗ ਵੱਲੋਂ ਨਿਰਾਸ਼ ਉਦਾਸ ਹੋ ਗਏ, ਰਾਜ ਖੁੱਸ ਗਿਆ। ਉੱਥੇ ਜਾ ਕੇ ਫਿਰ ਵਿੱਦਿਆ ਦਾ ਅਧਿਐਨ ਕੀਤਾ, ਵੇਦ ਪੜ੍ਹੇ। ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ, ਤਿਨ੍ਹਾਂ ਧਰਮ ਕੇ ਕਰਮ ਨੀਕੇ ਚਲਾਏ। ਉਹਨਾਂ ਨੇ ਵੇਦਾਂ ਦਾ ਅਧਿਐਨ ਕੀਤਾ, ਚਾਰੇ ਵੇਦ ਪੜ੍ਹੇ, ਸ਼ਾਸਤਰ ਪੜ੍ਹੇ। ਜਦੋਂ ਵੇਦਾਂ ਨੂੰ ਪੜ੍ਹ ਗਏ, ਕਿਉਂਕਿ ਐਸਾ ਵਿਦਵਾਨ ਮੰਨਦੇ ਹਨ ਜੇ ਚਾਰੇ ਵੇਦ ਪੜ੍ਹ ਜਾਵੇ ਉਸਨੂੰ ਵੇਦੀ ਕਹਿੰਦੇ ਹਨ। ਸੋ ਸਾਰੇ ਵੇਦਾਂ ਦੇ ਉਹ ਵਿਦਵਾਨ, ਚਾਰਾਂ ਵੇਦਾਂ ਦੇ ਵਿਦਵਾਨ, ਸ਼ਾਸਤਰਾਂ ਦੇ ਵਿਦਵਾਨ ਉੱਥੇ ਰਹਿਣ ਲੱਗ ਪਏ। ਇੱਕ ਦੋ ਪੀੜ੍ਹੀਆਂ ਦਾ ਸਮਾਂ ਲੰਘ ਗਿਆ। ਜਦੋਂ ਸਮਾਂ ਲੰਘਦਾ ਹੈ, ਕੁਦਰਤ ਵੱਲੋਂ ਵੈਰ ਵਿਰੋਧ ਦੀ ਭਾਵਨਾ ਹੌਲੇ ਹੌਲੇ ਘਟਦੀ ਹੈ। ਜੇ ਅਸੀਂ ਕਿਸੇ ਗੱਲ ਨੂੰ ਵਾਰ ਵਾਰ ਨਾ ਖੁਰੇਚੀਏ ਖੁਦੇ, ਅਤੇ ਉਹ ਜਿਹੜੀ ਗੱਲ ਹੈ ਹੌਲੇ ਹੌਲੇ ਜ਼ਖਮ ਜਿਹੜੇ ਨੇ ਭਰ ਜਾਂਦੇ ਨੇ। ਮਹਾਰਾਜ ਕਹਿੰਦੇ ਫਿਰ ਲਾਹੌਰ ਦੇ ਰਾਜੇ ਨੇ ਪਿਛਲੇ ਵੈਰ ਭਾਵ ਨੂੰ ਵਿਸਾਰ ਕੇ ਨਿਰਪੰਗ ਮੁਕਲਿਅੰ ਦੂਤ ਸੋ ਕਾਸ਼ੀ ਆਯੰ, ਇੱਕ ਦੂਤ ਭੇਜਿਆ ਵੀ ਉਹ ਸਾਡੇ ਭਰਾ ਨੇ, ਵਿਚਾਰੇ ਰਾਜ ਭਾਗ ਤੋਂ ਆਪਣੇ ਇਲਾਕੇ ਤੋਂ ਜਾ ਕੇ ਸਾਡੇ ਨਾਲ ਲੜ ਕੇ ਹਾਰ ਕੇ ਉੱਥੇ ਕਾਸ਼ੀ 'ਚ ਰਹਿ ਰਹੇ ਨੇ, ਉਹਨਾਂ ਨੂੰ ਵਾਪਸ ਬੁਲਾਈਏ। ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵਾਪਸ ਆ ਜਾਓ, ਆਪਣਾ ਰਾਜ ਭਾਗ ਸਾਂਭੋ, ਸਾਨੂੰ ਦਰਸ਼ਨ ਦਿਓ, ਸਾਨੂੰ ਵੇਦ ਸੁਣਾਓ। ਸੋ ਉਹ ਵਾਪਸ ਲਾਹੌਰ ਆਏ ਅਤੇ ਲਾਹੌਰ ਆ ਕੇ ਉਹਨਾਂ ਨੇ ਚਾਰ ਵੇਦ ਸੁਣਾਏ। ਪਹਿਲਾਂ ਸ਼ਾਮ ਵੇਦ, ਰਿਗ ਵੇਦ, ਯਜੁਰਵੇਦ ਸੁਣਾਏ। ਫਿਰ ਚੌਥਾ ਵੇਦ ਜੋ ਕਲਯੁਗ ਦਾ ਵੇਦ ਹੈ, ਅਥਰਵਣ ਵੇਦ। ਕਲ ਮੈਂ ਵੇਦ ਅਥਰਵਣ ਹੁਆ, ਨਾਉ ਖੁਦਾਈ ਅਲੋਹ ਪਿਆ। ਜਦੋਂ ਚੌਥਾ ਵੇਦ ਸੁਣਾਇਆ ਤਾਂ ਮਹਾਰਾਜ ਦੀ ਬਾਣੀ 'ਚ ਲਿਖਦੇ ਨੇ, ਚਤੁਰ ਵੇਦ ਸੁਣ ਭੂਕੋ ਦੀਆ। ਚੌਥਾ ਵੇਦ ਸੁਣ ਕੇ ਉਹਨਾਂ ਨੇ ਆਖਿਆ, ਆ ਲਓ ਜੀ, ਇਹ ਰਾਜ ਭਾਗ ਤੋਂ ਅਸੀਂ ਉਦਾਸ ਹਾਂ, ਇਹ ਰਾਜ ਭਾਗ ਤੁਸੀਂ ਸਾਂਭ ਲਓ। ਚਾਰਾਂ ਵੇਦਾਂ ਦਾ ਪਾਠ ਸੁਣ ਕੇ ਜਦੋਂ ਰਾਜ ਭਾਗ ਬੇਦੀਆਂ ਨੂੰ ਦੇ ਦਿੱਤਾ, ਬੇਦੀ ਭਏ ਪ੍ਰਸੰਨ ਰਾਜ ਕੈ ਪਾਏ ਕੈ। ਰਾਜ ਪਾ ਕੇ ਬੇਦੀ ਖੁਸ਼ ਹੋਏ। ਦੇਤ ਭਇਓ ਬਰਦਾਨ ਹੀਐ ਹੁਲਸਾਏ ਕੈ। ਖੁਸ਼ ਹੋ ਕੇ ਉਹਨਾਂ ਨੇ ਸੋਢੀਆਂ ਨੂੰ, ਸੋਢੀ ਤਾਂ ਉਹ ਬਾਅਦ ਵਿੱਚ ਬਣੇ, ਸੋ ਉਹਨਾਂ ਨੂੰ ਉਹ ਵਰ ਦਿੱਤਾ ਸੋਢੀਆਂ ਨੂੰ ਵੀ ਜਦੋਂ ਅਸੀਂ ਜਬ ਨਾਨਕ ਕਲ ਮੈਂ ਹਮ ਆਣ ਕਹਾਏ ਹੈ, ਜਦੋਂ ਕਲਯੁਗ ਦੇ ਵਿੱਚ ਸਾਡੀ ਕੁਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਹੋਵੇਗਾ, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਉਸ ਵੇਲੇ ਇਹ ਪਰਮ ਪਦਵੀ ਜਿਹੜੀ ਹੈ ਚੌਥੇ ਨੰਬਰ 'ਤੇ ਤੁਹਾਡੇ ਕੋਲ ਆਵੇਗੀ। ਸੋ ਪਹਿਲਾਂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ। ਜਬ ਵਰਦਾਨ ਸਮੈ ਬਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਜਦੋਂ ਉਹ ਸਮਾਂ ਆਇਆ
चौथी थां ते साहिब श्री गुरु रामदास जी सोढ़ी पातशाह बैठे। सो कई गल्लां ਹਨ ਜਿਹੜੀ ਗੁਰਬਾਣੀ ਦੇ ਵਿੱਚੋਂ ਸਹਿਜੇ ਸਹਿਜੇ ਗੁਰਸਿੱਖਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦੀਆਂ। ਹੁਣ ਅਸੀਂ ਸਾਧ ਸੰਗਤ ਜੀ ਮੁਤੱਸਬ ਦੀ ਪੱਟੀ ਅੱਖਾਂ 'ਤੇ ਬੰਨ੍ਹ ਬੈਠੇ ਹਾਂ, ਈਰਖਾ ਦੀ ਪੱਟੀ ਬੰਨ੍ਹ ਬੈਠੇ ਹਾਂ। ਜੇ ਅਸੀਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਛੱਡਾਂਗੇ ਤਾਂ ਭਾਈ ਗੁਰਦਾਸ ਦੇ ਬਚਨਾਂ ਦੀ ਵਿਆਖਿਆ ਕੌਣ ਕਰੇਗਾ? ਫਿਰ ਭਾਈ ਗੁਰਦਾਸ ਦੀ ਬਾਣੀ ਵੀ ਛੱਡ ਦੇਣਗੇ। ਜਦੋਂ ਭਾਈ ਗੁਰਦਾਸ ਜੀ ਦੀ ਬਾਣੀ ਛੱਡ ਦੇਣਗੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਵਿਆਖਿਆ ਕੌਣ ਕਰੇਗਾ? ਕਿਉਂਕਿ ਗੁਰਬਾਣੀ ਦੀ ਕੁੰਜੀ ਭਾਈ ਗੁਰਦਾਸ ਜੀ ਹੈ। ਇਸ ਤਰ੍ਹਾਂ ਅਸੀਂ ਵਿਸ਼ਾਲ ਸੋਚ ਨਾਲ ਜੇ ਸੋਚਾਂਗੇ ਤਾਂ ਇਹਨਾਂ ਗੱਲਾਂ ਦੇ ਵਿੱਚੋਂ ਸਾਨੂੰ ਬੜਾ ਅਨੁਭਵ ਲੱਭੇਗਾ, ਗਿਆਨ ਲੱਭੇਗਾ। ਪਰ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ। ਵਿਦਵਾਨਾਂ ਨੇ ਲਿਖਿਆ ਹੈ ਕਿਸੇ ਵੀ ਗ੍ਰੰਥ ਨੂੰ ਪੜ੍ਹਨ ਵਾਸਤੇ ਉਸ ਗ੍ਰੰਥ 'ਤੇ ਸ਼ਰਧਾ ਰੱਖਣੀ ਪੈਂਦੀ ਹੈ। ਜੇ ਟੀਚਰ ਪੜ੍ਹਾ ਰਿਹਾ ਹੋਵੇ ਸਕੂਲ ਦੇ ਵਿੱਚ, ਮੈਥ ਪੜ੍ਹਾ ਰਿਹਾ ਹੋਵੇ, ਤਾਂ ਮੈਥ ਪੜ੍ਹਾਉਂਦਿਆਂ ਉਹ ਕਹਿੰਦਾ ਸਪੋਜ਼ ਕਰੋ ਫਾਰਮੂਲਾ ਪੜ੍ਹਾ ਰਿਹਾ ਹੈ, ਸਾਇੰਸ ਦਾ ਫਾਰਮੂਲਾ ਹੈ, ਭਾਵੇਂ ਉਹ ਮੈਥ ਦਾ ਜਾਂ ਹੋਰ ਕੋਈ ਸਬਜੈਕਟ ਹੈ, ਉਹ ਕਹਿੰਦਾ ਸਪੋਜ਼ ਕਰੋ, ਮੰਨ ਲਓ ਇੱਦਾਂ ਹੋ ਸਕਦਾ, ਇੱਦਾਂ। ਜੇ ਕਵੇ ਕੋਈ ਬੰਦਾ ਮੈਂ ਮੰਨਦਾ ਨਹੀਂ, ਮੈਂ ਨਹੀਂ ਸਪੋਜ਼ ਕਰਦਾ, ਉਹਨੂੰ ਕਿਵੇਂ ਸਮਝਾਓਗੇ? ਸ਼ਰਧਾ ਜਿਹੜੀ ਹੈ ਇਹ ਗੁਰੂ 'ਤੇ ਔਰ ਗੁਰੂ ਦੀ ਬਾਣੀ ਉੱਤੇ ਹੋਣੀ ਜ਼ਰੂਰੀ ਹੈ। ਵੀ ਜੋ ਮੇਰਾ ਗੁਰੂ ਕਹਿ ਰਿਹਾ, ਮੇਰਾ ਟੀਚਰ ਕਹਿ ਰਿਹਾ, ਠੀਕ ਕਹਿ ਰਿਹਾ, ਫਿਰ ਤੁਹਾਨੂੰ ਉਸ ਗੱਲ ਦੀ ਸਾਰੀ ਅੰਦਰੂਨੀ ਸਮਝ ਆ ਜਾਏਗੀ। ਅਸੀਂ ਬਾਹਰੀ ਅਰਥ ਕਰਦੇ ਹਾਂ, ਬਾਹਰੀ ਤੌਰ 'ਤੇ ਅਸੀਂ ਉਲਝ ਜਾਂਦੇ ਹਾਂ, ਇੱਦਾਂ ਕਿਵੇਂ ਹੋ ਸਕਦਾ ਜੀ, ਇਹ ਕਿਵੇਂ ਹੋ ਸਕਦਾ ਜੀ। ਅਤੇ ਜਦੋਂ ਅਸੀਂ ਵੈਰ ਵਿਰੋਧ ਦੀ ਭਾਵਨਾ ਨਾਲ ਗ੍ਰੰਥਾਂ ਨੂੰ ਦੇਖਣ ਲੱਗ ਪਏ, ਗੁਰਬਾਣੀ ਨੂੰ ਦੇਖਣ ਲੱਗ ਪਏ, ਸਾਹਿਤ ਨੂੰ ਦੇਖਣ ਲੱਗ ਪਏ, ਅਤੇ ਸਾਡੀ ਖੁਆਰੀ ਹੋ ਗਈ। ਪਿਛਲੇ 100 ਸਾਲ ਦੇ ਅੰਦਰ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਜਾਂ ਰਾਜ ਦੇ ਸ਼ੁਰੂ ਵਿੱਚ ਜਿਹੜਾ ਸਿੱਖੀ ਦਾ ਸਕੂਲ ਅਸੀਂ ਖੋਲ੍ਹਿਆ ਵਿਆਖਿਆ ਦਾ, ਉਹ ਸਿੱਖੀ ਦੀ ਵਿਆਖਿਆ ਦੇ ਸਕੂਲ ਵਿੱਚ ਤਰਕ ਨੇ ਪ੍ਰਧਾਨ ਹੋ ਗਈ, ਸ਼ਰਧਾ ਲੋਪ ਹੋ ਗਈ। ਗੁਰੂ ਕੀ ਬਾਣੀ ਤਾਂ ਕਹਿੰਦੀ ਤਰਕ ਨਾ ਚਾਹ ਭਰਮੀਆਂ ਚਾਹ, ਤੂੰ ਤਰਕਾਂ ਨਾ ਪੈਦਾ ਕਰ, ਜੇ ਤੂੰ ਤਰਕ ਕਰੇਂਗਾ ਤਾਂ ਭਰਮ ਜਾਏਗਾ। ਤੂੰ ਭਰਮ ਦੇ ਵਿੱਚੋਂ ਨਿਕਲ ਅਤੇ ਸ਼ਰਧਾ ਅਤੇ ਵਿਸ਼ਵਾਸ ਨਾਲ ਇਸ ਗੱਲ ਨੂੰ ਸਮਝ। ਹਰ ਗੱਲ ਦਾ ਸਮਝਣ ਦਾ ਇੱਕ ਤਰੀਕਾ ਹੁੰਦਾ ਹੈ। ਜਿਹੜੀ ਤਰਕ ਵਾਲੀ ਵਿੱਦਿਆ ਹੈ ਉਹ ਤਰਕ ਰਾਹੀਂ ਸਮਝੀ ਜਾ ਸਕਦੀ ਹੈ, ਪਰ ਜਿਹੜੀ ਸ਼ਰਧਾ ਵਾਲੀ ਵਿੱਦਿਆ ਉਹ ਸ਼ਰਧਾ ਰਾਹੀਂ ਸਮਝੀ ਜਾ ਸਕਦੀ ਹੈ। ਸੋ ਗੁਰਬਾਣੀ ਦੇ ਉੱਤੇ ਵਿਸ਼ਵਾਸ ਕਰਕੇ ਜਦੋਂ ਅਸੀਂ ਖੋਜਾਂਗੇ ਫਿਰ ਸਾਨੂੰ ਪਤਾ ਲੱਗੇਗਾ ਵੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਜਿਹੜਾ ਇਹ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਦਿਚੈ ਪੂਰਬ ਦੇਵਣਾ ਜਿਸ ਦੀ ਵਸਤੇ ਸਹਿ ਘਰ ਆਵੈ, ਅਤੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੈ। ਇਹਦੀ ਵਿਆਖਿਆ ਸਤਿਗੁਰੂ ਕਲਗੀਧਰ ਜੀ ਮਹਾਰਾਜ ਨੇ ਇਹਨਾਂ ਬਚਨਾਂ 'ਚ ਕੀਤੀ ਹੈ। ਜਬ ਬਰਦਾਨ ਸਮੈ ਬੋ ਆਵਾ, ਰਾਮਦਾਸ ਤਬ ਗੁਰੂ ਕਹਾਵਾ, ਸੋਢੀ ਪਾਤਸ਼ਾਹ ਗੱਦੀ 'ਤੇ ਬੈਠੇ। ਸੋ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸਾਰੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਗੁਰਬਾਣੀ ਦੁਆਰਾ ਉਪਦੇਸ਼ ਦਿੱਤੇ ਹਨ, ਇਹ ਬਿਹਾਗੜੇ ਦੀ ਵਾਰ ਦੀ 18ਵੀਂ ਪੌੜੀ ਹੈ। ਗੁਰੂ ਰਾਮਦਾਸ ਸਾਹਿਬ ਜੀ ਦੀ ਵਾਰ ਹੈ, ਪਰ ਇਹਦੇ ਨਾਲ ਸੰਬੰਧਿਤ ਜੋ ਇਹ ਸਲੋਕ ਹੈ ਤੀਸਰੇ ਪਾਤਸ਼ਾਹ ਦੇ ਹਨ। ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਮੂੰਹ ਤੋਂ ਰਾਮ 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 ਕਰੀ ਜਾਂਦੇ ਸਾਰੇ, ਪਰ ਰਾਮ ਨੂੰ ਸਮਝ ਨਹੀਂ ਸਕਦੇ, ਰਾਮ ਨੂੰ ਅਨੁਭਵ ਨਹੀਂ ਕਰ ਸਕਦੇ, ਰਾਮ ਦੀ ਪ੍ਰਾਪਤੀ ਨਹੀਂ ਹੁੰਦੀ। ਰਾਮ ਰਾਮ ਜਪਦੇ ਹੈ ਲੱਖਾਂ ਕਰੋੜਾਂ ਲੋਕ, ਪਰ ਰਾਮ ਕੀ ਹੈ? ਰਾਮ ਦਾ ਅਰਥ ਹੈ ਰਮਿਆ ਹੋਇਆ।
ਰਾਮ ਰਮੰਤਾ ਜਾਣੀਐ। ਲਘੂ ਸਿਧਾਂਤ ਕੌਮਦੀ ਦੇ ਵਿੱਚ ਜਿੱਥੇ ਗ੍ਰਾਮਰ ਦਾ ਬਹੁਤ ਵੱਡਾ ਵਿਸਥਾਰ ਕੀਤਾ ਹੈ ਪਾਣਨੀ ਮੁਨੀ ਨੇ, ਉਹਦੇ ਵਿੱਚ ਰਾਮ ਪਦ ਦੇ ਉੱਤੇ ਬਹੁਤ ਲੰਮਾ ਚੌੜਾ ਲੇਖ ਲਿਖਿਆ ਹੈ, ਬਹੁਤ ਲੰਮੀ ਵਿਆਖਿਆ ਕੀਤੀ ਹੈ। ਰਾਮ ਨੂੰ ਹਰ ਤਰੀਕੇ ਨਾਲ ਸਿੱਧ ਕੀਤਾ ਵੀ ਰਾਮ ਕੀ ਹੈ, ਪਰ ਮੁੱਖ ਅਰਥ ਇਹੀ ਹੈ ਜੋ ਰਮਿਆ ਹੋਇਆ ਹੈ, ਜਿਸ ਨੂੰ ਅਸੀਂ ਹਰ ਜਗ੍ਹਾ 'ਤੇ ਕਣ ਕਣ ਵਿੱਚ, ਜਰੇ ਜਰੇ 'ਚ, ਪੱਤੇ ਪੱਤੇ 'ਚ ਰਮਿਆ ਸਮਝੀਏ, ਅਨੁਭਵ ਕਰੀਏ। ਐਸੀ ਅਵਸਥਾ ਆਵੇਗੀ ਅਨੁਭਵ ਕਰਨ ਵਾਲਾ ਵੀ ਦੂਜਾ ਨਹੀਂ ਰਹੇਗਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਅਨੁਭਵ ਵੀ ਕਰਦੇ ਹਾਂ ਤਾਂ ਮੈਂ ਅਨੁਭਵ ਕਰਦਾ, ਜਿਹੜੀ ਚੀਜ਼ ਨੂੰ ਅਨੁਭਵ ਕਰਦਾ ਉਹ ਦੂਸਰੀ ਹੋ ਜਾਂਦੀ ਹੈ। ਪਰ ਜਦੋਂ ਰਾਮ ਦੀ ਗੱਲ ਮੁੱਕਦੀ ਹੈ ਉੱਥੇ ਅਨੁਭਵ ਕਰਤਾ ਵੀ ਨਹੀਂ ਰਹਿੰਦਾ ਕੋਈ। ਆਖੋ ਸ੍ਰੀ ਵਾਹਿਗੁਰੂ। ਗਿਆਤਾ ਗਿਆਨ ਗੇ ਦੀ ਤ੍ਰਿਪੁਟੀ ਹੁੰਦੀ ਹੈ। ਤ੍ਰਿਪੁਟੀ ਨਾਲ ਹੀ ਸਾਰਾ ਗਿਆਨ ਹੈ। ਜਿੰਨਾ ਵੀ ਗਿਆਨ ਹੈ ਤ੍ਰਿਪੁਟੀ ਵਾਲਾ ਗਿਆਨ ਹੈ ਸੰਸਾਰ ਵਿੱਚ। ਗਿਆਤਾ ਜਿਸ ਨੂੰ ਗਿਆਨ ਹੈ, ਗੇ ਜਿਸ ਦਾ ਗਿਆਨ ਹੈ, ਜਿਹੜੀ ਚੀਜ਼ ਦਾ ਗਿਆਨ ਪ੍ਰਾਪਤ ਕਰਨਾ ਹੈ ਉਹਨੂੰ ਗੇ ਪਦਾਰਥ ਕਹਿੰਦੇ ਆ। ਧਿਆਤਾ ਧਿਆਨ ਤੇ ਪਰਮਾਤਾ ਪ੍ਰਮਾਣ ਪਰਮੇ, ਗਿਆਤਾ ਗਿਆਨ ਗੇ, ਤਿੰਨ ਤ੍ਰਿਪੁਟੀਆਂ ਹਨ ਅਤੇ ਤਿੰਨਾਂ ਤ੍ਰਿਪੁਟੀਆਂ ਵਿੱਚ ਤਿੰਨ ਹੀ ਚੀਜ਼ਾਂ ਹਨ। ਜਿਵੇਂ ਧਿਆਤਾ ਧਿਆਨ ਵਾਲਾ, ਕੋਈ ਬੰਦਾ ਧਿਆਨ ਲਾ ਕੇ ਬੈਠਾ ਹੈ ਉਹ ਧਿਆਤਾ ਹੈ। ਜਿਹੜੀ ਚੀਜ਼ ਦਾ ਉਹ ਧਿਆਨ ਕਰ ਰਿਹਾ ਉਹ ਤੇ ਹੈ। ਧਿਆਤਾ ਔਰ ਤੇ ਦੇ ਵਿਚਕਾਰ ਜਿਹੜੀ ਲੈ ਹੈ ਉਹਨੂੰ ਧਿਆਨ ਕਹਿੰਦੇ ਨੇ। ਜਿਵੇਂ ਟਿਊਬਵੈੱਲ ਚੱਲਿਆ ਜਾਂ ਖੂਹ ਚੱਲਿਆ, ਖੂਹ 'ਚੋਂ ਪਾਣੀ ਨਿਕਲਿਆ, ਖਾਲ ਦੇ ਰਾਹੀਂ ਪਾਣੀ ਗਿਆ। ਅੱਜ ਕੱਲ੍ਹ ਪਾਈਪ ਲੱਗ ਗਏ ਨੇ, ਪਹਿਲਾਂ ਖਾਲਾਂ ਬਣਾਉਂਦੇ ਸੀ ਖੇਤਾਂ 'ਚ ਆਪਾਂ ਜ਼ਿਮੀਂਦਾਰ, ਅਤੇ ਖਾਲ ਵਿੱਚ ਪਾਣੀ ਗਿਆ, ਅੱਗੇ ਖੇਤ ਵਿੱਚ ਜਾ ਕੇ ਪਸਰਿਆ। ਜੇ ਖੇਤ ਤਿਕੋਣਾ ਹੈ ਅਤੇ ਪਾਣੀ ਤਿਕੋਣਾ ਪਸਰ ਗਿਆ, ਜੇ ਚੌਰਸ ਹੈ ਤਾਂ ਚੌਰਸ ਪਸਰ ਗਿਆ। ਗਊ ਮੁਖਾ ਹੈ ਤਾਂ ਗਊ ਮੁਖਾ ਨਜ਼ਰ ਆਏਗਾ, ਜੇ ਸ਼ੇਰ ਮੁਖਾ ਹੈ ਤਾਂ ਸ਼ੇਰ ਮੁਖਾ ਨਜ਼ਰ ਆਏਗਾ। ਉਹ ਪਾਣੀ ਉੱਦਾਂ ਹੀ ਪਸਰੇਗਾ ਖੇਤ ਵਿੱਚ ਜਿੱਦਾਂ ਖੇਤ ਦੇ ਕਿਆਰੇ ਬਣਾਏ ਹੋਏ ਨੇ। ਉਹ ਜਿਹੜਾ ਖੇਤ ਦਾ ਕਿਆਰਾ ਹੈ ਉਹ ਤੇ ਹੈ, ਸਮਝਾਉਣ ਵਾਸਤੇ ਐਗਜ਼ੈਂਪਲ ਦਿੱਤੀ ਹੈ। ਜਿਹੜਾ ਖੂਹ ਹੈ ਉਹ ਧਿਆਤਾ ਹੈ, ਜਿਹੜਾ ਖਾਲ 'ਚ ਜਾ ਰਿਹਾ ਉਹ ਧਿਆਨ ਹੈ। ਯਾਨੀ ਜਦੋਂ ਧਿਆਤਾ ਕੋਈ ਧਿਆਨ ਵਾਲਾ ਬੈਠਾ ਉਹਦੇ ਵਿੱਚੋਂ ਧਿਆਨ ਦੀ ਬਿਰਤੀ ਖਾਲ ਦੇ ਰਾਹੀਂ ਜੋ ਨਿਕਲ ਰਹੀ ਹੈ ਅਤੇ ਜਾ ਕੇ ਕਿਸੇ ਜਗ੍ਹਾ ਪਸਰ ਰਹੀ ਹੈ, ਇਹ ਤਿੰਨ ਚੀਜ਼ਾਂ ਦੀ ਤਰ੍ਹਾਂ ਇਹਨੂੰ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਵੀ ਇੱਦਾਂ ਹੀ ਹੈ। ਗਿਆਤਾ ਜੋ ਜਾਣਨ ਵਾਲਾ ਹੈ, ਗੇ ਜਿਹੜੀ ਚੀਜ਼ ਨੂੰ ਜਾਣਨਾ ਹੈ, ਅਤੇ ਗਿਆਨ ਜਿਹੜਾ ਉਹਨਾਂ ਦੋਵਾਂ ਵਿੱਚ ਇੱਕ ਖਾਲ ਦਾ ਕੰਮ ਕਰ ਰਿਹਾ, ਇੱਕ ਦੋਵਾਂ ਵਿੱਚ ਉਹਨਾਂ ਨੂੰ ਜੋੜ ਰਿਹਾ। ਇਹ ਪਰਮਾਤਾ ਪ੍ਰਮਾਣ ਪਰਮੇ, ਪਰਮਾਤਾ ਪਰਮਾ ਤੋਂ ਸ਼ਬਦ ਬਣਿਆ। ਪਰਮਾ ਨਾਮ ਬਿਰਤੀ ਦਾ ਹੈ। ਪਰਮਾ ਨਾਮ ਬਿਰਤੀ ਦਾ ਸੂਖਸ਼ਮ, ਜਿਹਨੂੰ ਪਰਮਾਣੂ ਵੀ ਕਹਿ ਦਿੰਦੇ ਨੇ, ਬਹੁਤ ਬਰੀਕ ਬਿਰਤੀ ਦਾ ਉਹਨੂੰ ਪਰਮਾ ਕਹਿੰਦੇ ਨੇ। ਪਰਮਾਤਾ ਜਿਹੜਾ ਬਿਰਤੀ ਵਾਲਾ ਹੈ। ਪ੍ਰਮਾਣ ਅਤੇ ਪ੍ਰਮਾਣ ਹੈ ਜਿਹੜਾ, ਜਿਵੇਂ ਅੱਖਾਂ ਪ੍ਰਮਾਣ ਹਨ ਕਿ ਆਪਾਂ ਨੂੰ ਕੋਈ ਪੁੱਛੇ ਵੀ ਆਹ ਗੱਲ ਤੂੰ ਕੀਤੀ ਹੈ, ਤੇਰੇ ਕੋਲ ਕੀ ਪ੍ਰਮਾਣ ਹੈ? ਉਹ ਕਹਿੰਦਾ ਮੇਰੀਆਂ ਅੱਖਾਂ ਪ੍ਰਮਾਣ ਨੇ, ਮੈਂ ਆਪ ਦੇਖਿਆ। ਅੱਛਾ, ਤੇਰੇ ਕੋਲ ਕੀ ਪ੍ਰਮਾਣ ਹੈ? ਮੈਂ ਕੰਨਾਂ ਨਾਲ ਸੁਣਿਆ, ਕੰਨ ਪ੍ਰਮਾਣ ਨੇ। ਸੋ ਇਹ ਪੰਜ ਗਿਆਨ ਇੰਦਰੀ ਜਿਹੜੇ ਹਨ ਇਹ ਪ੍ਰਮਾਣ ਮੰਨੇ ਜਾਂਦੇ, ਪ੍ਰਤੱਖ ਦੇ ਪ੍ਰਮਾਣ ਇਹ ਮੰਨੇ ਜਾਂਦੇ। ਵੈਸੇ ਪ੍ਰਮਾਣ ਕਈ ਕਿਸਮ ਦੇ, ਅਨੁਮਾਨ ਪ੍ਰਮਾਣ ਵੀ ਹੈ। ਧੂੰਆਂ ਨਿਕਲਦਾ ਹੋਵੇ, ਅਨੁਮਾਨ ਲਾ ਕੇ ਵੀ ਇੱਥੇ ਅੱਗ ਬਲਦੀ ਹੋਣੀ ਹੈ, ਪ੍ਰਮਾਣ ਦਿੱਤਾ ਜਾਂਦਾ। ਸ਼ਬਦ ਪ੍ਰਮਾਣ ਹੈ। ਕੋਈ ਪੁੱਛੇ ਤੂੰ ਤੇਰੇ ਕੋਲ ਕੀ ਪ੍ਰਮਾਣ ਹੈ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਇਹ ਸ਼ਬਦ ਪ੍ਰਮਾਣ ਹੈ। ਅਰਥਾਪਤੀ ਪ੍ਰਮਾਣ ਹੈ। ਅਰਥਾਪਤੀ ਪ੍ਰਮਾਣ ਇਹ ਹੁੰਦਾ ਵੀ ਕੋਈ ਬੰਦਾ ਸਾਰਾ ਦਿਨ ਖਾਂਦਾ ਨਹੀਂ, ਕਹਿੰਦਾ ਮੈਂ ਕੁਝ ਖਾਂਦਾ ਨਹੀਂ, ਪਰ ਮੋਟਾ ਤਾਜ਼ਾ ਠੀਕ ਠਾਕ ਹੈ, ਤੁਰਿਆ ਫਿਰਦਾ ਖਾਣ ਤੋਂ ਬਿਨਾਂ। ਇਹਦਾ ਮਤਲਬ ਵੀ ਰਾਤ ਨੂੰ ਪਿੰਨੀਆਂ ਖਾਂਦਾ ਹੋਣਾ, ਚੁੱਪ ਚਪੀਤੇ ਖਾ ਲੈਂਦਾ, ਦਿਨੇ ਤੁਰਿਆ ਫਿਰਦਾ। ਗੁਪਤੀ ਖਾਵੇਂ ਵਟਕਾ ਸਾਰੀ, ਇਹ ਅਰਥਾਪਤੀ ਪ੍ਰਮਾਣ। ਅਨ ਉਪਲਬਧੀ ਪ੍ਰਮਾਣ ਵੀ ਹੈ। ਕੋਈ ਵਸਤੂ ਲੱਭ ਨਹੀਂ ਰਹੀ, ਕਹਿੰਦੇ ਹੈ ਹੀ ਨਹੀਂ,
ਉਹਦਾ ਅਭਾਵ ਹੈ, ਲੱਭਦੀ ਨਹੀਂ, ਪ੍ਰਾਪਤੀ ਨਹੀਂ ਹੋ ਰਹੀ, ਉਹਦਾ ਕਹਿੰਦੇ ਆਈ ਡੋਂਟ ਨੋ, ਮੈਂ ਜਾਣਦਾ ਨਹੀਂ, ਹੈ ਨਹੀਂ, ਤਾਂ ਉਹਦਾ ਮਤਲਬ ਹੈ ਵੀ ਅਨਉਪਲਬਧੀ ਪ੍ਰਮਾਣ ਹੈ। ਆਈ ਤੇਜਕ ਪ੍ਰਮਾਣ ਹੈ। ਕਹਿੰਦੇ ਇਸ ਦਰਖਤ 'ਤੇ ਭੂਤ ਰਹਿੰਦੇ ਸੀ। ਕਹਿੰਦੇ ਕੀ ਪ੍ਰਮਾਣ ਹੈ? ਕਹਿੰਦੇ ਬਸ ਚਲੀ ਆਉਂਦੀ ਹੈ ਗੱਲ, ਸਾਰੇ ਇਲਾਕੇ ਵਿੱਚ ਗੱਲ ਚਲੀ ਆਉਂਦੀ ਹੈ ਵੀ ਇੱਥੇ ਭੂਤ ਰਹਿੰਦੇ ਆ। ਦੇਖਿਆ ਕਿਸੇ ਨੇ? ਕਹਿੰਦੇ ਨਹੀਂ, ਬਸ ਚਲੀ ਆਉਂਦੀ ਹੈ। ਇਸ ਤਰ੍ਹਾਂ ਕਈ ਪ੍ਰਮਾਣ ਹਨ। ਤਾਂ ਪ੍ਰਮਾਤਾ ਜਿਹੜਾ ਉਹਨਾਂ ਪ੍ਰਮਾਣਾਂ ਨੂੰ ਜਾਣਨ ਵਾਲਾ ਹੈ। ਪ੍ਰਮਾਣ ਜਿਹੜੇ ਉਹ ਦੱਸੇ ਗਏ 6 ਹਨ, ਅਤੇ ਪ੍ਰਮੇਯ ਜਿਨ੍ਹਾਂ ਚੀਜ਼ਾਂ ਉੱਤੇ ਉਹ ਪ੍ਰਮਾਣ ਲਾਏ ਜਾ ਰਹੇ ਹਨ, ਜਿਹੜੇ ਚੀਜ਼ਾਂ ਨੂੰ ਉਹ ਸਾਬਤ ਕਰ ਰਹੇ, ਉਹ ਪ੍ਰਮੇਯ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ ਬਈ ਜਿਹੜਾ ਅਕਾਲ ਪੁਰਖ ਹੈ, ਅਸੀਂ ਉਹਨੂੰ ਜਾਣਨ ਵਾਲੇ ਗਿਆਨੀ ਹਾਂ ਜਾਂ ਗਿਆਤਾ ਹਾਂ। ਤਾਂ ਫਿਰ ਤ੍ਰਿਪੁਟੀ ਹੋ ਗਈ, 3 ਹੋ ਗਏ, ਦਵੈਤ ਹੋ ਗਈ? ਨਹੀਂ, ਕਹਿੰਦੇ ਇੱਕ ਹੀ ਰੂਪ ਹੋ ਗਿਆ, ਦਵੈਤੇ ਏਕ ਰੂਪ ਹੋਏ ਗਇਓ। ਜਦੋਂ ਉਹ ਅਵਸਥਾ ਆਵੇਗੀ ਤਾਂ ਰਾਮ ਦਾ ਪਤਾ ਲੱਗੇਗਾ। ਉਸ ਤੋਂ ਪਹਿਲਾਂ ਗੱਲਾਂ ਹੀ ਨੇ। ਆਖੋ ਸ੍ਰੀ ਵਾਹਿਗੁਰੂ। ਸਾਡੀਆਂ ਗੱਲਾਂ ਹੀ ਨੇ। ਕਥਾ ਆਪਾਂ ਕਰ ਰਹੇ ਹਾਂ ਰਾਮ ਦੀ, ਪਰ ਰਾਮ ਦੀ ਕਥਾ ਕਰਨ ਵਾਲੇ ਰਾਮ ਨੂੰ ਨਹੀਂ ਜਾਣਦੇ। ਰਾਮ ਰਾਮ ਕਰਤਾ ਸਭ ਜਗ ਫਿਰਾ, ਸਾਰਾ ਸੰਸਾਰ ਹੀ ਰਾਮ ਰਾਮ ਕਰਦਾ ਫਿਰਦਾ। ਰਾਮ ਨਾ ਪਾਇਆ ਜਾਏ, ਪ੍ਰਾਪਤੀ ਨਹੀਂ ਹੁੰਦੀ ਰਾਮ ਦੀ। ਅਗੰਮ ਅਗੋਚਰ ਅਤ ਵੱਡਾ ਵਾਹਿਗੁਰੂ। ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ ਉਸ ਨੂੰ ਅਗੰਮ ਕਹਿੰਦੇ ਹਨ। ਜੋ ਜਿੱਥੇ ਪਹੁੰਚ ਪੈਰਾਂ ਨਾਲ ਦੌੜ ਕੇ ਨਹੀਂ ਜਾ ਸਕਦੇ, ਕਾਰ ਚਲਾ ਕੇ ਨਹੀਂ ਜਾ ਸਕਦੇ, ਹਵਾਈ ਜਹਾਜ਼ 'ਚ ਬਹਿ ਕੇ ਨਹੀਂ ਜਾ ਸਕਦੇ, ਰਾਕਟ ਦੇ ਉੱਤੇ ਬਹਿ ਕੇ ਵੀ ਨਹੀਂ ਜਾ ਸਕਦੇ, ਕੋਈ ਤੇਜ਼ ਤੋਂ ਤੇਜ਼ ਉੱਡਣ ਵਾਲੀ, ਸਭ ਤੋਂ ਦੁਨੀਆ ਦੀ ਸਭ ਤੋਂ ਤੇਜ਼ ਜਿਹੜੀ ਉੱਡਣ ਵਾਲੀ ਮਸ਼ੀਨ ਹੈ ਜਾਂ ਕੋਈ ਜਹਾਜ਼ ਹੈ, ਉਹ ਹੈ ਮਨ। ਮਨ ਤੋਂ ਤੇਜ਼ ਅਜੇ ਤਾਈਂ ਕੋਈ ਚੀਜ਼ ਬਣੀ ਨਹੀਂ। ਮਨ ਤੋਂ ਤੇਜ਼ ਉੱਡਣ ਵਾਲੀ ਕੋਈ ਵੀ ਚੀਜ਼ ਸੰਸਾਰ ਦੇ ਵਿੱਚ ਅਜੇ ਤੱਕ ਨਹੀਂ ਆਈ। ਵੈਸੇ ਤਾਂ ਚਲੋ ਘੋੜੇ ਹਨ, ਗੱਡੀਆਂ ਹਨ, ਅੱਗੇ ਦੀ ਗਾਂ ਕਾਰਾਂ ਹਨ, ਫਿਰ ਜਹਾਜ਼ ਹਨ, ਫਿਰ ਉਸ ਤੋਂ ਅੱਗੇ ਰਾਕਟ ਹਨ ਜਿਹੜੇ ਪੁਲਾੜ ਵਿੱਚ ਜਾਂਦੇ ਹਨ, ਆਕਾਸ਼ ਦੀਆਂ ਫੋਟੋਆਂ ਖਿੱਚਦੇ ਹਨ ਗਲੈਕਸੀ ਦੀਆਂ। ਪਰ ਮਨ ਜਿਹਨੇ ਉਹ ਵੀ ਤੇਜ਼ ਨਹੀਂ। ਉਹਨਾਂ ਦੀ ਰਫਤਾਰ ਵੀ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਹੋਵੇਗੀ। ਮਨ ਤਾਂ ਬਹੁਤ ਤੇਜ਼ ਹੈ, ਬਹੁਤ ਤੇਜ਼ ਹੈ, ਪਰ ਮਨ ਵੀ ਨਹੀਂ ਜਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਮਨ ਵੀ ਨਹੀਂ ਜਾ ਸਕਦਾ। ਇਸ ਕਰਕੇ ਜੋ ਮਨ ਔਰ ਬੁੱਧੀ ਤੋਂ ਪਹੁੰਚ ਤੋਂ ਪਰੇ ਹੈ, ਅਗੰਮ ਅਗੋਚਰ। ਅਗੋਚਰ, ਗੋਚ ਨਾਮ ਇੰਦਰੀਆਂ ਦਾ ਹੈ, ਚਰ ਨਾਮ ਵਿਸ਼ੇ ਦਾ ਹੈ। ਜੋ ਇੰਦਰੀਆਂ ਦਾ ਵਿਸ਼ਾ ਉਹਨੂੰ ਗੋਚਰ ਕਹਿੰਦੇ ਹਨ। ਆਪਾਂ ਕਈ ਵਾਰੀ ਪੰਜਾਬੀ 'ਚ ਸ਼ਬਦ ਵਰਤਦੇ ਹਾਂ, ਭਾਈ ਸਾਹਿਬ ਇਹ ਕੰਮ ਤੁਹਾਡੇ ਗੋਚਰੇ ਆ, ਯਾਨੀ ਤੁਹਾਡੀਆਂ ਇੰਦਰੀਆਂ ਕਰ ਸਕਦੀਆਂ, ਤੁਹਾਡੇ ਹੱਥ ਪੈਰ ਕਰ ਸਕਦੇ ਆ, ਤੁਹਾਡੀਆਂ ਅੱਖਾਂ ਕਰ ਸਕਦੀਆਂ, ਤੁਹਾਡਾ ਸਰੀਰ ਕਰ ਸਕਦਾ, ਤੁਸੀਂ ਮੇਰਾ ਕੰਮ ਕਰਨਾ। ਬਾਜ਼ਾਰ ਚੱਲੇ ਹੋ, ਤੁਹਾਡੇ ਗੋਚਰੇ ਕੰਮ ਹੈ ਮੇਰੇ ਵਾਸਤੇ ਥੋੜ੍ਹੀ ਸਬਜ਼ੀ ਲੈ ਆਉਣਾ, ਇਹ ਵੀ ਕੰਮ ਹੀ ਹੈ। ਆਹ ਕੰਮ ਤੁਸੀਂ ਮੇਰੇ ਵਾਸਤੇ ਕਰਦੇ ਹੋ, ਤੁਹਾਡੇ ਗੋਚਰ, ਤੁਸੀਂ ਕਰ ਸਕਦੇ ਹੋ। ਅਤੇ ਜਿਹੜਾ ਇੰਦਰੀਆਂ ਦਾ ਵਿਸ਼ਾ ਨਾ ਹੋਵੇ, ਇੰਦਰੀਆਂ ਨਹੀਂ ਕਰ ਸਕਦੀਆਂ, ਉਹਨੂੰ ਕਹਿੰਦੇ ਅਗੋਚਰ। ਵਾਹਿਗੁਰੂ ਪਰਮੇਸ਼ਰ ਅਗੰਮ ਅਗੋਚਰ ਹੈ। ਨਾ ਤਾਂ ਉਹ ਮਨ ਦੀ ਪਹੁੰਚ ਵਿੱਚ ਹੈ, ਨਾ ਇੰਦਰੀਆਂ ਦੀ ਪਹੁੰਚ ਵਿੱਚ ਹੈ। ਅਤ ਵੱਡਾ, ਅਤਿਅੰਤ ਵੱਡਾ ਹੈ, ਬਹੁਤ ਜ਼ਿਆਦਾ ਵੱਡਾ ਹੈ। ਕਿੱਡਾ ਵੱਡਾ ਹੈ? ਜਿੱਥੇ ਵੱਡਾ ਸ਼ਬਦ ਮੁੱਕ ਜਾਏਗਾ। ਅਸੀਂ ਤਾਂ ਵੱਡਾ ਕਹਿੰਦੇ ਹਾਂ ਕਿਉਂਕਿ ਸਾਨੂੰ ਮਹਾਰਾਜ ਨੇ ਸਾਡੀ ਬੋਲੀ 'ਚ ਸਮਝਾਇਆ, ਪਰ ਉੱਥੇ ਜਾ ਕੇ ਬੋਲਣਾ ਹੀ ਖਤਮ ਹੋ ਜਾਂਦਾ। ਅਤੁੱਲ ਨਾ ਤੁਲਿਆ ਜਾਏ, ਕਹਿੰਦੇ ਅਤੁੱਲ ਹੈ, ਕਿਸੇ ਕਾਂਟੇ 'ਚ ਰੱਖ ਕੇ ਤੋਲਿਆ ਨਹੀਂ ਜਾ ਸਕਦਾ। ਹਰ ਚੀਜ਼ ਨੂੰ ਤੋਲਣ ਦੇ ਕੰਡੇ ਹਨ। ਲੋਕਾਂ ਨੇ ਧਰਤੀ ਵੀ ਤੋਲ ਛੱਡੀ ਹੈ। ਮਹਾਰਾਜ ਕਹਿੰਦੇ ਧਰਤ ਰਾਜੀ ਅੰਬਰ ਤੋਲੀ, ਮੈਂ ਆਕਾਸ਼ ਨੂੰ ਤੋਲਦਿਆਂ, ਕਹਿੰਦੇ ਆਕਾਸ਼ ਨੂੰ ਤੋਲਦਿਆਂ ਪਰ ਤੂੰ ਨਹੀਂ ਤੋਲਿਆ ਜਾਣਾ। ਆਕਾਸ਼ ਤੋਲਿਆ ਜਾ ਸਕਦਾ, ਧਰਤੀ ਤੋਲੀ ਜਾ ਸਕਦੀ ਹੈ, ਪਰ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਤੋਲਿਆ ਨਹੀਂ ਜਾ ਸਕਦਾ। ਅਤੁੱਲ ਨਾ ਤੁਲਿਆ ਜਾਏ। ਸੋ ਇਹ ਪਵਿੱਤਰ ਪਾਵਨ ਗੁਰਬਾਖ ਸੱਚੇ ਪਾਤਸ਼ਾਹ ਜੀ ਦੇ ਇੰਨੇ ਕੀ ਪ੍ਰਵਾਨ ਕਰੀਏ। ਫਿਰ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ, ਧਰਤ ਮਹਾਦਿਵ ਰਾਤ। ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ। ਚੇਤੇ ਤੁਮ ਹੀ ਜਾਨ। ਨਾਨਕ ਦਾਸ ਸਦਾ ਕੁਰਬਾਨ।
ਚੜ੍ਹਦੀ ਕਲਾ ਤੇਰੇ ਖਾਲਸਾ ਅਕਾਲ ਕੀ ਤਵੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਉਹ ਸ਼ਬਦ ਮੈਂ ਲੈ ਸਾਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਜੜੇ ਸੋਤਰੇ ਪਾਰ ਉਤਾਰਨ ਹਾਲ ਕਲਗੀ ਸੋ ਹੈ ਤੁਮਰੀ ਰਛ ਕਲਗੀ ਧਾਰ ਜਗਦੀਸ਼ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੁਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅੰਮ੍ਰਿਤ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ। ਮਹੱਲਾ ਤੀਜਾ। ਇਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਣ ਆਪਣਾ ਕੁਲ ਕਾ ਕਰਨ ਉਧਾਰ। ਪੌੜੀ। ਆਪੇ ਚਾਟ ਸਾਲ ਆਪ ਹੈ ਬਾਧਾ ਆਪੇ ਚਾਟੜੇ ਪੜ੍ਹਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ੍ਹ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹਿ ਜਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹਿ ਜਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ ਸਤਿਨਾਮ ਨਾਮ ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।